ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਪਰਮੇਸ਼ਰ ਦਾ ਧੰਨਵਾਦ ਹੋਵੇ ਕਿ ਉਹਨੇ ਸਾਨੂੰ ਇਹ ਸਮਾਂ ਬਖਸ਼ਿਆ ਕਿ ਅਸੀਂ ਮਿਲ ਕੇ ਪਰਮੇਸ਼ਰ ਦੇ ਵਚਨ ਦਾ ਅਧਿਐਨ ਕਰ ਸਕੀਏ। ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਵੇਖ ਲੈਂਦੇ ਹਾਂ ਕਿ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਕੀ ਸਿੱਖ ਰਹੇ ਸੀ। ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਰੋਮੀਆਂ ਦੀ ਪੱਤਰੀ ਉਸਦੇ ਪਹਿਲੇ ਅਧਿਆਇ ਦੀ 1 ਆਇਤ ਤੋਂ ਲੈ ਕੇ 11 ਆਇਤ ਦੇ ਵਚਨਾਂ ਵਿੱਚੋਂ ਅਧਿਐਨ ਕਰ ਰਹੇ ਸੀ। ਇਸ ਦੇ ਵਿੱਚ ਅਸੀਂ ਪਰਮੇਸ਼ਵਰ ਦੀ ਕਿਰਪਾ ਦੇ ਇੰਤਜ਼ਾਮ ਬਾਰੇ ਵੇਖਿਆ। ਅਸੀਂ ਵੇਖਿਆ ਕਿ ਕਿਰਪਾ ਸਾਡੇ ਜੀਵਨਾਂ ਦੇ ਉੱਤੇ ਕਿਵੇਂ ਅਸਰ ਪਾਉਂਦੀ ਹੈ। ਇਹ ਨਾ ਸਿਰਫ ਸਾਡੇ ਬੀਤੇ ਹੋਏ ਜੀਵਨ ਦੇ ਉੱਤੇ ਅਸਰ ਪਾਉਂਦੀ ਹੈ, ਸਗੋਂ ਸਾਡੇ ਵਰਤਮਾਨ ਅਤੇ ਭਵਿੱਖ ਦੇ ਜੀਵਨ ਦੇ ਉੱਤੇ ਵੀ ਪ੍ਰਭਾਵ ਪਾਉਂਦੀ ਹੈ। ਇਹ ਸਾਡੇ ਜੀਵਨ ਦੇ ਹਰ ਪਹਿਲੂ ਨੂੰ ਛੂੰਹਦੀ ਹੈ। ਅਸੀਂ ਪ੍ਰੋਗਰਾਮ ਦੇ ਅਖੀਰ ਵਿੱਚ ਵੇਖਿਆ ਸੀ ਕਿ ਕਿਰਪਾ ਸਾਡੀ ਤਰੱਕੀ ਦੇ ਲਈ ਇੱਕ ਨਵੀਂ ਯੋਜਨਾ ਹੈ। ਸਾਨੂੰ ਪਰਮੇਸ਼ਰ ਦੀ ਕਿਰਪਾ ਦੇ ਲਈ ਉਹਦਾ ਸ਼ੁਕਰਗੁਜ਼ਾਰ ਹੋਣਾ ਜ਼ਰੂਰੀ ਹੈ। ਅੱਜ ਅਸੀਂ ਰਸੂਲਾਂ ਦੇ ਕਰਤੱਵ ਦੀ ਪੁਸਤਕ ਦੇ 9 ਅਧਿਆਇ ਦੀ 1 ਤੋਂ ਲੈ ਕੇ 9 ਆਇਤਾਂ ਤੱਕ ਦੇ ਵਚਨਾਂ ਦਾ ਅਧਿਐਨ ਕਰਨ ਜਾ ਰਹੇ ਹਾਂ। ਇਹ ਵਚਨ ਸੌਲੂਸ ਦੇ ਮਨ ਫਿਰਾਉਣ ਦੇ ਮਤਲਬ ਉਸਦੇ ਤੋਬਾ ਕਰਨ ਦੇ ਵਿੱਚ ਪਰਮੇਸ਼ਰ ਦੀ ਕਿਰਪਾ ਦੇ ਕੰਮ ਬਾਰੇ ਆ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਤੋਂ ਆਸ਼ੀਸ਼ ਪਾਓਗੇ। ਤੇ ਆਓ ਫਿਰ ਬਿਨਾਂ ਦੇਰੀ ਕੀਤੇ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। तैथों बख्शिश लेके ही जाना, तैथों बख्शिश लेके ही जाना, ते खाली हाथ नहीं जाना। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। तेरे नाम उत्ते लाई असी सारी जिंदगानी, तेरे नाम उत्ते लाई असी सारी जिंदगानी। आप हथी अज लिख एह अमर कहानी, एह अमर कहानी, एह अमर कहानी। ओ रब्बा मेरे मेहर करी, तेरे बिन मेरा मुल नहीं हो आना। ओ रब्बा मेरे मेहर करी, तेरे दर ते खड़ा मैं दीवाना। असी तेरे हो गए हाँ, हुण किदे हो सकांगे। असी तेरे हो गए हाँ, हुण किदे हो सकांगे। तेरे बिन तां हासा दूर असी रो भी ना सकांगे, असी रो भी ना सकांगे, असी रो भी ना सकांगे। ओ
ਰੱਬਾ ਮੇਰੇ ਮਿਹਰ ਕਰੀ, ਅਸੀਂ ਘਰ ਤੇਰੇ ਨਾਲ ਹੀ ਵਸਾਉਣਾ। ਓ ਰੱਬਾ ਮੇਰੇ ਮਿਹਰ ਕਰੀ, ਤੇਰੇ ਦਰ ਤੇ ਖੜਾ ਮੈਂ ਦੀਵਾਨਾ। मेरी नजरां च तू है, मेरी गजलां च तू है, मेरी नजरां च तू है, मेरी गजलां च तू है। किथे लुकण मैं जावां, मेरी खबरां च तू है, मेरी खबरां च तू है, मेरी खबरां च तू है। ओ रब्बा मेरे मिहर करी, मैं तां चाहुंदा भी नहीं छड्ड तैनू जाना। ओ रब्बा मेरे मिहर करी, तेरे दर ते खड़ा मैं दीवाना। ओ रब्बा मेरे मिहर करी, तेरे दर ते खड़ा मैं दीवाना। ओ रब्बा ਕੀ ਆਪਨੇ ਜਾਣਿਆ ਹੈ ਕਿ ਪਾਲੂਸ ਰਸੂਲ ਨਵੇਂ ਨੇਮ ਦੀਆਂ ਆਪਣੀਆਂ ਲਿਖਤਾਂ ਵਿੱਚ ਅਕਸਰ ਆਪਣੀਆਂ ਪੱਤਰੀਆਂ ਦੇ ਆਰੰਭ ਅਤੇ ਅੰਤ ਇਹਨਾਂ ਸ਼ਬਦਾਂ ਨਾਲ ਕਰਦਾ ਹੈ, ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ। ਸਾਡੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ। ਗੌਰ ਕਰੋ ਕਿ ਇੱਥੇ ਹਮੇਸ਼ਾ ਹੀ ਪਹਿਲਾਂ ਕਿਰਪਾ ਅਤੇ ਫਿਰ ਸ਼ਾਂਤੀ ਦਾ ਜ਼ਿਕਰ ਹੈ। ਜਦੋਂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਤਦ ਇਸ ਦੇ ਸਿੱਟੇ ਵਜੋਂ ਆਪ ਪਰਮੇਸ਼ਰ ਦੀ ਸ਼ਾਂਤੀ ਪ੍ਰਾਪਤ ਕਰਦੇ ਹੋ। ਸਾਨੂੰ ਕਿੰਨਾ ਜ਼ਿਆਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਇਸ ਜਗਤ ਜਿਸ ਵਿੱਚ ਤਬਾਹ ਅਤੇ ਉਥਲ-ਪੁਥਲ ਹੈ, ਇਸ ਵਿੱਚ ਅਸੀਂ ਪਰਮੇਸ਼ਰ ਦੀ ਸ਼ਾਂਤੀ ਪਾ ਸਕਦੇ ਹਾਂ। ਆਮੀਨ। ਦੂਸਰੀ ਗੱਲ ਜਿਸ ਦਾ ਜ਼ਿਕਰ ਰੋਮੀਓ 5:2 ਵਿੱਚ ਹੈ, ਇਹ ਹੈ ਸਾਡੇ ਉਤਸ਼ਾਹ ਦਾ ਸਾਡੇ ਕੋਲ ਇੱਕ ਨਵਾਂ ਨਿਯਮ ਹੈ। ਰੋਮੀਓ 5:2 ਦੇ ਵਚਨ ਹਨ, ਜਿਹਦੇ ਰਾਹੀਂ ਵੀ ਅਸੀਂ ਨੇਚਾ ਨਾਲ ਉਸ ਕਿਰਪਾ ਵਿੱਚ ਉਪੜੇ ਜਿਹਦੇ ਉੱਤੇ ਖਲੋਤੇ ਹਾਂ। ਬਿਨਾਂ ਮਸੀਹ ਨੂੰ ਕਬੂਲ ਕੀਤਿਆਂ ਆਪ ਪਰਮੇਸ਼ਰ ਦੀ ਕਿਰਪਾ ਨੂੰ ਨਿੱਜੀ ਤੌਰ ਤੇ ਨਹੀਂ ਜਾਣਦੇ। ਆਪ ਇਸ ਦੇ ਬਾਰੇ ਜਾਣ ਸਕਦੇ ਹੋ ਪਰ ਆਪ ਇਸ ਨੂੰ ਨਹੀਂ ਜਾਣਦੇ। ਅਗਲੇ ਕੁਝ ਹਫ਼ਤਿਆਂ ਵਿੱਚ ਅਸੀਂ ਇਹ ਸਿੱਖਣ ਜਾ ਰਹੇ ਹਾਂ ਕਿ ਉਹ ਕਿਰਪਾ ਜਿਸ ਦੇ ਦੁਆਰਾ ਅਸੀਂ ਬਚਾਏ ਗਏ ਹਾਂ, ਇਹ ਉਹੀ ਕਿਰਪਾ ਹੈ ਜੋ ਸਾਡੀ ਮਸੀਹੀ ਚਾਲ ਵਿੱਚ ਸਾਨੂੰ ਸੰਭਾਲਦੀ ਹੈ। ਪਰਮੇਸ਼ਰ ਬਸ ਇਸ ਸਾਨੂੰ ਕਿਰਪਾ ਨਹੀਂ ਬਖਸ਼ਦਾ ਕਿ ਅਸੀਂ ਮਸੀਹੀ ਬਣ ਜਾਈਏ, ਉਹ ਸਾਨੂੰ ਇਸ ਵਾਸਤੇ ਕਿਰਪਾ ਬਖਸ਼ਦਾ ਹੈ ਕਿ ਅਸੀਂ ਮਸੀਹੀ ਜੀਵਨ ਜੀ ਸਕੀਏ। ਇਹ ਇੱਕ ਬਹੁਤ ਹੀ ਅਦਭੁਤ ਸੱਚਾਈ ਹੈ। ਇਸ ਕਰਕੇ ਪੌਲੁਸ ਰਸੂਲ ਕਹਿ ਰਿਹਾ ਹੈ ਕਿ ਹੁਣ ਅਸੀਂ ਪਰਮੇਸ਼ਰ ਦੀ ਕਿਰਪਾ ਵਿੱਚ ਖੜੇ ਰਹੇ ਹਾਂ। ਅਸੀਂ ਬਸ ਉਹਨੂੰ ਪਾਇਆ ਨਹੀਂ, ਅਸੀਂ ਤਾਂ ਇਸ ਦੇ ਵਿੱਚ ਜਿਉਂਦੇ ਹਾਂ। ਅਸੀਂ ਹੁਣ ਸਰਵਸ਼ਕਤੀਮਾਨ ਪਰਮੇਸ਼ਰ ਦੀ ਵਿੱਚ ਜਿਉਂਦੇ ਹਾਂ। ਰੋਮੀਓ 6:14 ਦੇ ਵਚਨ ਹਨ, ਕਿਉਂ ਜੋ ਤੁਹਾਡੇ ਉੱਤੇ ਪਾਪ ਦੀ ਵਾਹ ਨਾ ਚੱਲੇਗੀ, ਇਸ ਲਈ ਜੋ ਤੁਸੀਂ ਸ਼ਰਾਂ ਦੇ ਹੇਠਾਂ ਨਹੀਂ ਸਗੋਂ ਕਿਰਪਾ ਦੇ ਹੇਠਾਂ ਹੋ। ਪਰਮੇਸ਼ਰ ਦੀ ਕਿਰਪਾ ਵਿੱਚ ਹੀ ਅਸੀਂ ਜਿਉਂਦੇ ਹਾਂ ਅਤੇ ਖੜੇ ਹਾਂ। ਵਿਸ਼ਵਾਸੀ ਹੁੰਦੇ ਹੋਇਆਂ ਇਹ ਸਾਡੀ ਜੀਵਨ ਭਰ ਲਈ ਵਿਰਾਸਤ ਹੈ। ਅਸੀਂ ਸਾਰੇ ਹੀ ਪਰਮੇਸ਼ਰ ਦੀ ਕਿਰਪਾ ਦੀ ਸੰਤਾਨ ਹਾਂ ਅਤੇ ਪਰਮੇਸ਼ਰ ਦੀ ਕਿਰਪਾ ਦੇ ਵਾਤਾਵਰਣ ਵਿੱਚ ਜਿਉਂਦੇ ਹਾਂ। ਇਸ ਤੋਂ ਬਾਅਦ ਤੀਸਰੀ ਗੱਲ ਇਹ ਹੈ ਕਿ ਸਾਡੇ ਕੋਲ ਸਾਡੇ ਆਨੰਦ ਲਈ ਇੱਕ ਨਵਾਂ ਵਾਅਦਾ ਹੈ। ਰੋਮੀਓ 5:2 ਵਚਨ ਹਨ ਕਿ ਪਰਮੇਸ਼ਰ ਦੇ ਪ੍ਰਤਾਪ ਦੀ ਆਸ ਉੱਤੇ ਅਭਿਮਾਨ ਕਰੀਏ। ਗੌਰ ਕਰੋ ਕਿ ਰੋਮੀਓ 5 ਅਧਿਆਏ ਦੀਆਂ ਪਹਿਲੀਆਂ 2 ਆਇਤਾਂ ਵਿੱਚ ਪੌਲੁਸ ਸਾਨੂੰ ਪਰਮੇਸ਼ਰ ਦੀ ਕਿਰਪਾ ਦੇ ਭੂਤਕਾਲ, ਵਰਤਮਾਨ ਅਤੇ ਭਵਿੱਖ ਬਾਰੇ ਦੱਸਦਾ ਹੈ। ਬੀਤੇ ਸਮੇਂ ਵਿੱਚ ਉਸ ਨੇ ਸਾਡੇ ਪਾਪਾਂ ਲਈ ਸਾਨੂੰ ਸ਼ਾਂਤੀ ਬਖਸ਼ੀ। ਇਸ ਵਾਤਾਵਰਣ ਵਿੱਚ ਸਮੇਂ ਵਿੱਚ ਉਸ ਨੇ ਆਪਣੀ ਕਿਰਪਾ ਤੱਕ ਸਾਡੀ ਪਹੁੰਚ ਬਣਾਈ ਤਾਂ ਕਿ ਅਸੀਂ ਹਰ ਰੋਜ਼ ਪਰਮੇਸ਼ਰ ਦੀ ਕਿਰਪਾ ਵਿੱਚ ਜੀਏ ਅਤੇ ਭਵਿੱਖ ਵਿੱਚ ਉਸ ਨੇ ਸਾਨੂੰ ਪ੍ਰਤਾਪ ਦੀ ਆਸ ਬਖਸ਼ੀ ਹੈ। ਇਸ ਤਰ੍ਹਾਂ ਪਰਮੇਸ਼ਰ ਦੀ ਕਿਰਪਾ ਸਾਡੇ ਜੀਵਨ ਦੇ ਹਰ ਪਹਿਲੂ ਨੂੰ ਛੂੰਹਦੀ ਹੈ। ਇੱਕ ਵਾਰ ਜਦੋਂ ਅਸੀਂ ਮਸੀਹ ਨੂੰ ਕਬੂਲ ਕਰ ਲਈਏ ਤਦ ਅਸੀਂ ਉਸ ਦੀ ਕਿਰਪਾ ਦੇ ਕੈਦੀ ਬਣ ਜਾਂਦੇ ਹਾਂ। ਪੌਲੁਸ ਆਖਦਾ ਹੈ ਕਿ ਇਹ ਮਹਾਨ ਜਸ਼ਨ ਇੱਕ ਕਾਰਨ ਹੈ, ਇਹ ਵੱਡਾ ਆਨੰਦ ਦਾ ਕਾਰਨ ਹੈ। ਮੂਲ ਭਾਸ਼ਾ ਯੂਨਾਨੀ ਵਿੱਚ ਆਨੰਦ ਲਈ ਅਭਿਮਾਨ ਸ਼ਬਦ ਇਸਤੇਮਾਲ ਕੀਤਾ ਗਿਆ ਹੈ। ਆਪ ਕਰਕੇ ਅਸੀਂ ਅਭਿਮਾਨ ਕਰਦੇ ਹਾਂ, ਪਾਪ ਸਮਝਦੇ ਹਾਂ, ਪਰ ਕੁਝ ਚੀਜ਼ਾਂ ਹਨ ਜਿਨ੍ਹਾਂ ਬਾਰੇ ਬਾਈਬਲ ਸਾਨੂੰ ਆਖਦੀ ਹੈ ਕਿ ਅਸੀਂ ਅਭਿਮਾਨ ਕਰ ਸਕਦੇ ਹਾਂ।
ਅਸੀਂ ਯਸੂ ਉੱਤੇ ਅਤੇ ਉਸ ਨੂੰ ਜਾਣਨ ਉੱਤੇ ਅਭਿਮਾਨ ਕਰ ਸਕਦੇ ਹਾਂ। ਜ਼ਰਮੀਆ 9 ਅਧਿਆਇ 23 ਔਰ 24 ਦੇ ਵਚਨ ਹਨ। ਯਹੋਵਾ ਇਉਂ ਆਖਦਾ ਹੈ, ਬੁੱਧਵਾਨ ਆਪਣੀ ਬੁੱਧ ਉੱਤੇ ਮਾਣ ਨਾ ਕਰੇ, ਨਾ ਬਲਵਾਨ ਆਪਣੇ ਬਲ ਉੱਤੇ ਮਾਣ ਕਰੇ, ਨਾ ਧਨੀ ਆਪਣੇ ਧਨ ਉੱਤੇ ਮਾਣ ਕਰੇ, ਪਰ ਜਿਹੜਾ ਮਾਣ ਕਰਦਾ ਹੈ ਉਹ ਇਸ ਉੱਤੇ ਮਾਣ ਕਰੇ, ਭਾਈ ਉਹ ਮੈਨੂੰ ਸਮਝਦਾ ਹੈ ਅਤੇ ਜਾਣਦਾ ਹੈ ਕਿ ਮੈਂ ਯਹੋਵਾ ਹਾਂ, ਜਿਹੜਾ ਧਰਤੀ ਉੱਤੇ ਦਇਆ, ਇਨਸਾਫ ਅਤੇ ਧਰਮ ਦਾ ਕੰਮ ਕਰਦਾ ਹੈ, ਕਿਉਂ ਜੋ ਮੇਰੀ ਖੁਸ਼ੀ ਉਹਨਾਂ ਵਿੱਚ ਹੈ। ਯਹੋਵਾ ਦਾ ਵਾਕ ਹੈ। ਜ਼ਰਮੀਆ ਆਖ ਰਿਹਾ ਹੈ ਕਿ ਜੇਕਰ ਆਪ ਮਾਣ ਕਰਨਾ ਚਾਹੁੰਦੇ ਹੋ ਤਦ ਇਸ ਵਿੱਚ ਮਾਣ ਕਰੋ ਕਿ ਤੁਸੀਂ ਪਰਮੇਸ਼ਰ ਨੂੰ ਜਾਣਦੇ ਹੋ ਅਤੇ ਪਰਮੇਸ਼ਰ ਤੁਹਾਨੂੰ ਜਾਣਦਾ ਹੈ। ਕਿ ਇਹ ਇੱਕ ਅਦਭੁਤ ਗੱਲ ਨਹੀਂ ਹੈ ਕਿ ਆਪ ਕਦੇ ਇਸ ਤਰ੍ਹਾਂ ਕਰਦੇ ਹੋ? ਇਸ ਤਰ੍ਹਾਂ ਉਚਿਤ ਅਤੇ ਭਾਲ ਹੈ। ਪਹਿਲੀ ਕੁਰਿੰਥੀਆਂ ਦੀ ਪੱਤਰੀ 1 ਦੇ 31 ਵਚਨਾਂ ਵਿੱਚ ਪਾਲੂਸ ਆਖਦਾ ਹੈ, ਭਾਈ ਜਿਵੇਂ ਲਿਖਿਆ ਹੋਇਆ ਹੈ, ਜੋ ਕੋਈ ਅਭਿਮਾਨ ਕਰੇ ਸੋ ਪ੍ਰਭੂ ਵਿੱਚ ਅਭਿਮਾਨ ਕਰੇ। ਇਸ ਕਰਕੇ ਇਸ ਵਿੱਚ ਅਭਿਮਾਨ ਨਾ ਕਰੋ ਕਿ ਆਪ ਕੌਣ ਹੈ, ਆਪਨੇ ਕੀ ਕੀਤਾ ਹੈ ਜਾਂ ਆਪਨੇ ਕੀ ਸਥਾਪਿਤ ਕੀਤਾ ਸੀ, ਪਰ ਇਸ ਵਿੱਚ ਅਭਿਮਾਨ ਅਤੇ ਆਨੰਦ ਕਰੋ ਕਿ ਮੈਂ ਪਰਮੇਸ਼ਰ ਦੀ ਕਿਰਪਾ ਪ੍ਰਾਪਤ ਕਰ ਲਈ ਹੈ। ਕਿ ਇਹ ਮਹਾਨ ਗੱਲ ਨਹੀਂ ਹੈ? ਪਰਮੇਸ਼ਰ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਆਪਣੀ ਕਿਰਪਾ ਮੈਨੂੰ ਬਖਸ਼ੀ ਹੈ ਅਤੇ ਮੈਂ ਇਸ ਨੂੰ ਪ੍ਰਾਪਤ ਕੀਤਾ ਹੈ। ਇਸ ਕਰਕੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਇਸ ਵਿੱਚ ਆਨੰਦਿਤ ਹਾਂ। ਚੌਥੀ ਗੱਲ ਇਹ ਹੈ ਕਿ ਜੇਕਰ ਸਾਡੇ ਕੋਲ ਕਿਰਪਾ ਹੈ ਤਦ ਸਾਡੇ ਕੋਲ ਸਾਡੇ ਵਿਕਾਸ ਲਈ ਇੱਕ ਨਵੀਂ ਵਿਧੀ ਹੈ। ਰੋਮੀਓ 5 ਦੇ 3-4। ਹੁਣ ਤੱਕ ਜੋ ਵੀ ਪਾਲੂਸ ਨੇ ਆਖਿਆ ਸੀ ਉਸ ਵਿੱਚ ਕੋਈ ਦੋ ਰਾਏ ਨਹੀਂ ਸਨ, ਪਰ ਹੁਣ ਪਾਲੂਸ ਸਾਡੇ ਜੀਵਨਾਂ ਵਿੱਚ ਥੋੜ੍ਹੀ ਜਿਹੀ ਦਖਲ ਅੰਦਾਜ਼ੀ ਕਰਨ ਜਾ ਰਿਹਾ ਹੈ। ਉਹ ਸਾਡੀ ਚਮੜੀ ਦੇ ਅੰਦਰ ਜਾਣ ਵਾਲਾ ਹੈ ਅਤੇ ਸਾਡੇ ਨਾਲ ਕੁਝ ਇਹੋ ਜਿਹਾ ਵਿਸ਼ੇ ਬਾਰੇ ਗੱਲਬਾਤ ਕਰਨ ਜਾ ਰਿਹਾ ਹੈ ਜਿਸ ਬਾਰੇ ਅਸੀਂ ਗੱਲ ਕਰਨ ਦੀ ਖੁਆਇਸ਼ ਨਹੀਂ ਰੱਖਦੇ। ਇਹ ਉਹ ਵਿਧੀ ਹੈ ਜੋ ਪਰਮੇਸ਼ਰ ਨੇ ਸਾਨੂੰ ਬਖਸ਼ੀ ਹੈ। ਪੌਪ ਕਿਰਪਾ ਦੇ ਦੁਆਰਾ ਧਾਰਮਿਕਤਾ ਵੱਲ ਸਾਡਾ ਵਿਕਾਸ ਕਰਨਾ। ਰੋਮੀਓ 5 ਦੇ 3-4 ਦੇ ਵਚਨ ਹਨ। ਨਿਰਾ ਇਹੋ ਹੀ ਨਹੀਂ ਸਗੋਂ ਬਿਪਤਾ ਵਿੱਚ ਵੀ ਅਭਿਮਾਨ ਕਰੀਏ, ਕਿਉਂ ਜੋ ਇਹ ਜਾਣਦੇ ਹਾਂ ਭਾਈ ਬਿਪਤਾ ਧੀਰਜ ਪੈਦਾ ਕਰਦੀ ਹੈ ਅਤੇ ਧੀਰਜ ਦ੍ਰਿੜਤਾ ਅਤੇ ਦ੍ਰਿੜਤਾ ਆਸ ਪੈਦਾ ਕਰਦੀ ਹੈ। ਹੁਣ ਮੈਂ ਆਪ ਨੂੰ ਇੱਕ ਸਵਾਲ ਕਰਦਾ ਹਾਂ ਅਤੇ ਆਪ ਨੇ ਇਸ ਦਾ ਉੱਤਰ ਇਮਾਨਦਾਰੀ ਨਾਲ ਦੇਣਾ ਹੈ। ਆਪ ਕੌਣ ਬਿਪਤਾ ਦੇ ਦੌਰਾਨ ਆਨੰਦਿਤ ਹੋਏ ਸੀ? ਕਦੋਂ ਆਪ ਨੇ ਇਸ ਤਰ੍ਹਾਂ ਆਖਿਆ ਸੀ ਕਿ ਆਓ ਰਲ ਕੇ ਉਤਸ਼ਾਹ ਭਰੀਏ ਉਸ ਸਾਰੀ ਬਿਪਤਾ ਅਤੇ ਕਸ਼ਟ ਲਈ ਜੋ ਪਰਮੇਸ਼ਰ ਨੇ ਸਾਡੇ ਜੀਵਨ ਵਿੱਚ ਭੇਜਿਆ ਹੈ। ਆਪ ਕਰਕੇ ਇਹੋ ਜਿਹੇ ਬਿਪਤਾ ਦੇ ਸਮੇਂ ਅਸੀਂ ਤਾਂ ਨਿਰਾਸ਼ ਹੁੰਦੇ ਹਾਂ, ਨਾ ਕਿ ਮਿਲ ਕੇ ਉਤਸ਼ਾਹਿਤ ਕਰਦੇ ਹਾਂ। ਪਰ ਪਾਲੂਸ ਇਸ ਤਰ੍ਹਾਂ ਆਖ ਰਿਹਾ ਹੈ ਕਿ ਜਦੋਂ ਆਪ ਪਰਮੇਸ਼ਰ ਦੀ ਕਿਰਪਾ ਨੂੰ ਪਾਉਂਦੇ ਹੋ ਤਦ ਇੱਕ ਵਸੀਲਾ ਜਿਸ ਦਾ ਇਸਤੇਮਾਲ ਪਰਮੇਸ਼ਰ ਆਪ ਨੂੰ ਪਰਿਪੱਕ ਬਣਾਉਣ ਲਈ ਆਪਣੀ ਸੰਤਾਨ ਹੋਣ ਕਰਕੇ ਕਰਦਾ ਹੈ, ਉਹ ਇਹ ਸਮੱਸਿਆਵਾਂ ਅਤੇ ਬਿਪਤਾਵਾਂ ਹੁੰਦੀਆਂ ਹਨ ਜੋ ਉਹ ਆਪ ਦੇ ਜੀਵਨ ਵਿੱਚ ਭੇਜਦਾ ਹੈ। ਕਿਉਂਕਿ ਇਹਨਾਂ ਸਾਰੀਆਂ ਬਿਪਤਾਵਾਂ ਅਤੇ ਸਮੱਸਿਆਵਾਂ ਦੇ ਉਹ ਆਪ ਦੇ ਵਧਾਉਣ ਅਤੇ ਇਹ ਸਮਝਣ ਦਾ ਕਾਰਨ ਬਣਾਉਂਦਾ ਹੈ ਕਿ ਆਪ ਉੱਤੇ ਜਦੋਂ ਕੋਈ ਬਿਪਤਾ ਨਾ ਪਈ ਹੋਵੇ ਉਦੋਂ ਵੀ ਆਪ ਪਰਮੇਸ਼ਰ ਉੱਤੇ ਕਿੰਨਾ ਨਿਰਭਰ ਹੁੰਦੇ ਹੋ। ਕੁਝ ਸਮਾਂ ਪਹਿਲਾਂ ਮੈਂ ਇਹ ਵਿਅਕਤੀ ਨਾਲ ਗੱਲ ਕਰ ਰਿਹਾ ਸੀ। ਅਸੀਂ ਸਾਰ ਕਰਦਿਆਂ ਕੁਝ ਸਮੇਂ ਹੀ ਇਕੱਠਾ ਸੀ। ਉਸ ਨੇ ਦੱਸਿਆ ਸੀ ਕਿ ਉਸ ਦੀ ਬੋਲੀ ਸੀ ਅਤੇ ਉਹ ਆਪ ਵੀ ਤੰਦਰੁਸਤ ਨਹੀਂ ਸੀ, ਪਰ ਉਹ ਪ੍ਰਭੂ ਨਾਲ ਆਪਣੇ ਰਿਸ਼ਤੇ ਦੇ ਕਾਰਨ ਆਨੰਦਿਤ ਸੀ। ਉਸ ਨੇ ਆਪਣੇ ਪਰਿਵਾਰ ਨਾਲ ਪਿਆਰ ਸੀ ਅਤੇ ਉਸ ਵਿੱਚ ਧਾਰਮਿਕਤਾ ਦੀਆਂ ਸਾਫ਼ ਝਲਕਾਂ ਨਜ਼ਰ ਆ ਰਹੀਆਂ ਸੀ। ਉਸ ਨੇ ਇਹ ਸਭ ਕਿੱਥੋਂ ਪਾਇਆ ਸੀ? ਉਸ ਨੇ ਇਹ ਸਭ ਇਸ ਤਰ੍ਹਾਂ ਪਾਇਆ ਸੀ ਕਿਉਂਕਿ ਸਰਬਸ਼ਕਤੀਮਾਨ ਪਰਮੇਸ਼ਰ ਨੂੰ ਉਸ ਉੱਤੇ ਕੁਝ ਮੁਸੀਬਤ ਵਿੱਚ ਵੀ ਭਰੋਸਾ ਰੱਖਿਆ ਸੀ ਅਤੇ ਉਸ ਨੂੰ ਇਹ ਵਿਖਾਇਆ ਸੀ ਕਿ ਉਸ ਦੀ ਬਿਪਤਾ ਦੇ ਵਿਚਕਾਰ ਵੀ ਪਰਮੇਸ਼ਰ ਦੀ ਕਿਰਪਾ ਉਸ ਵਾਸਤੇ ਕਾਫੀ ਸੀ। ਆਮੀਨ। ਪਹਿਲੀ ਗੱਲ, ਬਿਪਤਾ ਤੋਂ ਧੀਰਜ ਪੈਦਾ ਹੁੰਦਾ ਹੈ। ਗੌਰ ਕਰੋ, ਇੱਥੇ 3 ਪੜਾਅ ਹਨ ਜਿਨ੍ਹਾਂ ਦਾ ਇਸਤੇਮਾਲ ਪਰਮੇਸ਼ਰ ਸਾਡੇ ਵਧਣ ਲਈ ਉਦੋਂ ਇਸਤੇਮਾਲ ਕਰਦਾ ਹੈ ਜਦੋਂ ਉਹ ਆਪਣੀ ਕਿਰਪਾ ਸਾਡੇ ਉੱਤੇ ਕਰਦਾ ਹੈ। ਜਦੋਂ ਸਾਡੇ ਉੱਤੇ ਬਿਪਤਾ ਆਉਂਦੀ ਹੈ ਤਦ ਉਹ ਬਿਪਤਾ ਸਾਡੇ ਅੰਦਰ ਧੀਰਜ ਕਰਨ ਦੀ ਯੋਗਤਾ ਪੈਦਾ ਕਰਦੀ ਹੈ। ਧੀਰਜ ਕਰਨ ਦਾ ਅਰਥ ਕੀ ਹੁੰਦਾ ਹੈ? ਇਸ ਦਾ ਅਰਥ ਪਰਮੇਸ਼ਰ ਨੂੰ ਇਹ ਨਾ ਆਖਣਾ ਹੁੰਦਾ ਹੈ ਕਿ ਹੇ ਪਰਮੇਸ਼ਰ ਤੂੰ ਇਹ ਸਭ ਕਿਉਂ ਹੋਣ ਦਿੱਤਾ। ਪਰਮੇਸ਼ਰ ਨੂੰ ਇਸ ਹਾਲਾਤ ਵਿੱਚ ਹੀ ਪੁੱਛੋ ਕਿ ਇਸ ਸਭ ਦੇ ਵਿਚਕਾਰ ਆਪ ਕੀ ਚਾਹੁੰਦੇ ਹੋ ਜੋ ਮੈਂ ਸਿੱਖਾਂ। ਮੇਰਾ ਇਸ ਦੁਆ ਕਰਨ ਜੀਵਨ ਵਿੱਚ ਆਪ ਮੈਨੂੰ ਕੀ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਪਹਿਲੀ ਪਤਰਸ ਦੀ ਪੱਤਰੀ 1 ਦੇ 6-7 ਐਤਾਂ ਦੇ ਵਚਨ ਹਨ। ਇਹਦੇ ਵਿੱਚ ਤੁਸੀਂ ਵੱਡੇ ਆਨੰਦ ਕਰਦੇ ਹੋ, ਭਾਵੇਂ ਹੁਣ ਥੋੜਾ ਕੁ ਚਿਰ ਜੇਕਰ ਲੋੜੀਦਾ ਹੋਵੇ ਤਾਂ ਭਾਂਤ-ਭਾਂਤ ਦੇ ਪ੍ਰਤਿਆਵਿਆਂ ਨਾਲ ਦੁਖੀ ਹੋਏ ਹੋ, ਤਾਂ ਜੋ ਤੁਹਾਡੀ ਪਰਖੀ ਹੋਈ ਨੇਚਾ ਜਿਹੜੀ ਨਾਸ਼ ਹੋਣ ਵਾਲੇ ਸੋਨੇ ਨਾਲੋਂ ਭਾਵੇਂ ਉਹ ਅੱਗ ਵਿੱਚ ਤਾਇਆ ਸੀ ਜਾਵੇ ਅਤੇ ਭਾਰੇ ਮੁੱਲ ਦੀ ਯਿਸੂ ਮਸੀਹ ਦੇ ਪ੍ਰਗਟ ਹੋਣ ਦੇ ਸਮੇਂ ਉਸ ਸਾਹ, ਮਹਿਮਾ ਅਤੇ ਆਦਰ ਯੋਗ ਗਿਣਿਆ ਜਾਵੇ।
ਪਰਮੇਸ਼ਰ ਇਹ ਖਾਸ ਤੌਰ ਤੇ ਉਹਨਾਂ ਲੋਕਾਂ ਨਾਲ ਹੋਣ ਦਿੰਦਾ ਹੈ ਜੋ ਆਪਣੇ ਆਪ ਨੂੰ ਕਾਫੀ ਸਮਝਦੇ ਹਨ, ਜੋ ਇਹ ਵਿਸ਼ਵਾਸ ਨਹੀਂ ਕਰਦੇ ਕਿ ਉਹਨਾਂ ਨੇ ਕਿਸੇ ਚੀਜ਼ ਲਈ ਪਰਮੇਸ਼ਰ ਦੀ ਲੋੜ ਹੈ। ਇੱਥੋਂ ਤੱਕ ਕਿ ਉਹਨਾਂ ਦੇ ਮਸੀਹੀ ਜੀਵਨ ਵਿੱਚ ਵੀ ਪਰਮੇਸ਼ਰ ਇਹਨਾਂ ਬਿਪਤਾ ਅਤੇ ਤਤਵਾਵਾਂ ਦੇ ਰਾਹੀਂ ਉਹਨਾਂ ਨੂੰ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਉਹਨਾਂ ਨੂੰ ਸੱਚਮੁੱਚ ਉਸ ਦੀ ਜ਼ਰੂਰਤ ਹੈ ਅਤੇ ਇਹ ਕਿ ਉਹ ਉਸ ਉੱਤੇ ਨਿਰਭਰ ਹਨ। ਪਰਮੇਸ਼ਰ ਦੀ ਕਿਰਪਾ ਨੂੰ ਆਪਣੀ ਜਾਨ ਦੀਆਂ ਤਰੀਜ਼ਾਂ ਦੀਆਂ ਰਾਹੀਂ ਚਮਕਣ ਦਿਓ ਤਾਂ ਕਿ ਹਰੇਕ ਇਸ ਨੂੰ ਵੇਖ ਸਕੇ। ਦੂਸਰਾ ਪੜਾਅ ਇਹ ਹੈ ਧੀਰਜ ਤੋਂ ਦ੍ਰਿੜਤਾ ਵੱਲੋਂ। ਗੌਰ ਕਰੋ ਕਿ ਉਹ ਆਖਦਾ ਹੈ ਜਦੋਂ ਅਸੀਂ ਇਹ ਕਰਦੇ ਹਾਂ ਤਦ ਅਸੀਂ ਦ੍ਰਿੜ ਹੁੰਦੇ ਹਾਂ। ਉਹ ਸਾਨੂੰ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਇਹ ਨਿਯਮ ਜੋ ਸਾਡੇ ਜੀਵਨ ਦੇ ਅੰਦਰ ਕਾਰਜਸ਼ੀਲ ਹਨ ਉਹ ਸਾਡੇ ਅੰਦਰ ਦ੍ਰਿੜਤਾ ਨੂੰ ਬਖਸ਼ੀਅਤ ਕਰਦੇ ਹਨ। ਮੈਂ ਇੱਕ ਵੱਡੀ ਦ੍ਰਿੜਤਾ ਵਾਲੇ ਮਨੁੱਖ ਨੂੰ ਮਿਲਿਆ ਜੋ ਕਲੀਸਿਆ ਦੇ ਅੰਦਰ ਨੌਜਵਾਨ ਸੀ ਔਰ ਉਹਦੀ ਮਦਦ ਕਰਨ ਲਈ ਆਪਣੇ ਜੀਵਨ ਦੀ ਵਰਤੋਂ ਕਰਦਾ ਹੈ। ਜਿੱਥੇ ਉਹ ਕੰਮ ਕਰਦਾ ਹੈ ਉੱਥੇ ਤੱਕ ਕਿ ਉਸ ਉੱਤੇ ਖੁਦ ਕਾਫੀ ਦਬਾਅ ਹੈ। ਇਸ ਦਬਾਅ ਨੇ ਉਸ ਨੂੰ ਧੀਰਜ ਰੱਖਣਾ ਸਿਖਾਇਆ ਸੀ। ਤੀਸਰਾ ਪੜਾਅ ਦ੍ਰਿੜਤਾ ਤੋਂ ਆਸ ਵੱਲ ਹੈ। ਇਸ ਆਸ ਇਹ ਹੁੰਦੀ ਹੈ ਕਿ ਪਰਮੇਸ਼ਰ ਸਭ ਕੋਲ ਆਪਣੇ ਹੀ ਕੰਟਰੋਲ ਵਿੱਚ ਰੱਖ ਰਿਹਾ ਹੈ। ਦੂਸਰੀ ਕਰੰਥੀਆਂ ਦੀ ਪੱਤਰੀ 4 ਅਧਿਆਇ 17 ਦੇ ਵਚਨ ਹਨ, ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ ਜਿਹੜਾ ਭਿੰਨ ਪਾਰ ਦਾ ਹੈ ਭਾਰੀ ਸੋਗ ਅਤੇ ਭਾਰੀ ਅਤੇ ਸੰਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। ਪੌਲੁਸ ਇੱਥੇ ਸਾਨੂੰ ਆਖ ਰਿਹਾ ਹੈ ਠੀਕ ਇਸੇ ਸਮੇਂ ਅਸੀਂ ਜਿਸ ਵੀ ਸਥਿਤੀ ਵਿੱਚ ਗੁਜ਼ਰੇ ਰਹੇ ਹਾਂ ਸੱਚਮੁੱਚ ਸਾਨੂੰ ਮਹਾਨ ਜਾਪਦੀ ਹੈ, ਪਰ ਉਹ ਅਸਲ ਵਿੱਚ ਇੰਨੀ ਜ਼ਿਆਦਾ ਵੱਡੀ ਗੱਲ ਨਹੀਂ। ਇਹ ਤਾਂ ਪਰਮੇਸ਼ਰ ਦੇ ਪ੍ਰਤਾਪ ਦੀ ਤੁਲਨਾ ਵਿੱਚ ਬਹੁਤ ਹਲਕੀ ਹੈ ਜੋ ਉਸ ਨੇ ਸਾਡੇ ਵਾਸਤੇ ਰੱਖਿਆ ਹੋਇਆ ਹੈ ਅਤੇ ਉਸ ਆਸ ਤੋਂ ਵੀ ਜੋ ਕਿ ਸਾਡੀ ਹੈ। ਇਸ ਕਰਕੇ ਇਸ ਵਿੱਚ ਇੱਕ ਰਾਹ ਅਤੇ ਜੋ ਕੁਝ ਕਰਨ ਲਈ ਪਰਮੇਸ਼ਰ ਨੇ ਆਪ ਨੂੰ ਬੁਲਾਇਆ ਹੈ ਉਸ ਵਿੱਚ ਲੱਗੇ ਰਹੋ। ਉਹ ਇਸ ਵਾਸਤੇ ਆਪ ਦੇ ਜੀਵਨ ਵਿੱਚ ਆਪ ਨੂੰ ਦ੍ਰਿੜਤਾ ਬਖਸ਼ ਰਿਹਾ ਹੈ, ਪਰ ਇਹ ਤਾਂ ਸਿਰਫ ਸ਼ੁਰੂਆਤ ਹੀ ਹੈ। ਉਸ ਕੋਲ ਆਪ ਵਾਸਤੇ ਇੱਕ ਮਹਾਨ ਯੋਜਨਾ ਹੈ ਜੋ ਆਪ ਨੂੰ ਸਵਰਗ ਅਤੇ ਅਬਦੀ ਕਾਲ ਤੱਕ ਜਾਪਦੀ ਹੈ ਔਰ ਲੈ ਜਾਂਦੀ ਹੈ। ਇਹੋ ਹੀ ਹੈ ਜੋ ਸਮੱਸਿਆਵਾਂ ਸਾਡੇ ਲਈ ਕਰਦੀਆਂ ਹਨ। ਜਦੋਂ ਮੈਂ ਆਪਣੇ ਜੀਵਨ ਦੀਆਂ ਪਿਛਲੀਆਂ ਸਥਿਤੀਆਂ ਉੱਤੇ ਝਾਤੀ ਮਾਰਦਾ ਹਾਂ ਤਦ ਮੈਂ ਉਹਨਾਂ ਵਾਸਤੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਮੇਰੇ ਜੀਵਨ ਨੂੰ ਬਿਹਤਰ ਬਣਾਉਣ ਲਈ ਇਹ ਪਰਮੇਸ਼ਰ ਦੀ ਇੱਕ ਵਿਧੀ ਸੀ, ਨਾ ਕਿ ਕੌੜਾ ਬਣਾਉਣ ਲਈ। ਇਹੋ ਜਿਹਾ ਜੋ ਕਿ ਪਰਮੇਸ਼ਰ ਆਪ ਦੇ ਜੀਵਨ ਵਿੱਚ ਕਰਨਾ ਚਾਹੁੰਦਾ ਹੈ। ਇਸ ਲਈ ਜੇਕਰ ਠੀਕ ਇਸ ਸਮੇਂ ਆਪ ਦੇ ਜੀਵਨ ਵਿੱਚ ਕੋਈ ਸਮੱਸਿਆ ਹੈ ਤਦ ਉਸ ਨੂੰ ਗਲੇ ਲਗਾ ਲਓ ਅਤੇ ਔਖਾ ਨਾ, ਪ੍ਰਭੂ ਪਰਮੇਸ਼ਰ ਮੇਰੇ ਜੀਵਨ ਦੇ ਇਸ ਸਮੇਂ ਦੇ ਰਾਹੀਂ ਮੈਂ ਉਹ ਸਭ ਕੁਝ ਸਿੱਖਣ ਜਾ ਰਿਹਾ ਹਾਂ ਜੋ ਕੁਝ ਆਪ ਚਾਹੁੰਦੇ ਹੋ। ਇਸ ਤੋਂ ਬਾਅਦ ਰੋਮੀਓ 5 ਦੇ 5 ਔਰ 8 ਵਚਨ ਵਿੱਚ ਪੰਜਵੀਂ ਗੱਲ ਜੋ ਪੌਲੁਸ ਸਾਨੂੰ ਦੱਸਦਾ ਹੈ ਕਿ ਜਦੋਂ ਸਾਡੇ ਕੋਲ ਪਰਮੇਸ਼ਰ ਦੀ ਕਿਰਪਾ ਹੋਵੇ ਤਾਂ ਸਾਡੇ ਕੋਲ ਸਾਡੀ ਭਰਪੂਰੀ ਲਈ ਇੱਕ ਨਵੀਂ ਸੰਗਤੀ ਹੁੰਦੀ ਹੈ। ਰੋਮੀਓ 5 ਦੇ 5 ਦੇ ਵਚਨ ਹਨ, ਆਸ ਸ਼ਰਮਿੰਦਾ ਨਹੀਂ ਕਰਦੀ, ਇਸ ਲਈ ਜੋ ਪਰਮੇਸ਼ਰ ਦੇ ਪ੍ਰੇਮ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੋ ਸਾਨੂੰ ਦਿੱਤਾ ਗਿਆ ਹੈ ਸਾਡੇ ਹਿਰਦਿਆਂ ਵਿੱਚ ਪਾਇਆ ਹੋਇਆ ਹੈ। ਕੀ ਆਪ ਜਾਣਦੇ ਹੋ ਕਿ ਆਪ ਨੇ ਮਨ ਫਿਰਾਓ ਦੇ ਸਮੇਂ ਆਪ ਸਿਰਫ ਪਰਮੇਸ਼ਰ ਦੀ ਕਿਰਪਾ ਹੀ ਨਹੀਂ ਪਾਉਂਦੇ ਪਰ ਆਪ ਉਸ ਦਾ ਪਵਿੱਤਰ ਆਤਮਾ ਪਾਉਂਦੇ ਹੋ। ਤਦ ਪਰਮੇਸ਼ਰ ਦਾ ਆਤਮਾ ਦਿਲਾਂ ਦੇ ਅੰਦਰ ਪਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਆਪ ਬਹੁਤ ਕੁਝ ਕਰਦੇ ਹੁੰਦੇ ਸੀ ਜਿਸ ਬਾਰੇ ਆਪ ਕਦੇ ਵੀ ਝਿਜਕਦੇ ਨਹੀਂ ਸੀ, ਪਰ ਹੁਣ ਆਪ ਉਹ ਕਰਨ ਤੋਂ ਝਿਜਕਦੇ ਹੋ। ਪਵਿੱਤਰ ਆਤਮਾ ਆਪ ਦੇ ਅੰਦਰ ਆਪ ਨੂੰ ਇਹ ਆਖਦਾ ਹੈ ਕਿ ਆਪ ਇਹ ਕੀ ਕਰ ਰਹੇ ਹੋ, ਕਿਉਂਕਿ ਪਵਿੱਤਰ ਆਤਮਾ ਸਿਰਫ ਆਪ ਦੇ ਅੰਦਰ ਹੀ ਨਹੀਂ ਆਉਂਦਾ ਪਰ ਉਹ ਤਾਂ ਆਪ ਦੇ ਜੀਵਨ ਦੇ ਅੰਦਰ ਡੋਲਿਆ ਗਿਆ ਹੈ। ਪਰਮੇਸ਼ਰ ਨੇ ਪਵਿੱਤਰ ਆਤਮਾ ਉਸ ਦੀ ਪੂਰਨਤਾ ਵਿੱਚ ਆਸ ਨੂੰ ਬਖਸ਼ ਦਿੱਤਾ ਹੈ ਅਤੇ ਆਪ ਉਸ ਦੀ ਬਰਕਤ ਨੂੰ ਪਾਉਣ ਵਾਲੇ ਹੋ। ਆਪ ਖੁਸ਼ੀ ਅਤੇ ਆਨੰਦ ਪਾਉਂਦੇ ਹੋ ਕਿਉਂਕਿ ਪਵਿੱਤਰ ਆਤਮਾ ਆਨੰਦ ਦਾ ਆਤਮਾ ਹੈ। ਸੋ ਜੇਕਰ ਆਪ ਨੇ ਕਿਰਪਾ ਪਾ ਲਈ ਤਦ ਆਪ ਕੋਲ ਕੀ ਹੈ? ਆਪ ਨੇ ਪਵਿੱਤਰ ਆਤਮਾ ਪਾ ਲਿਆ ਹੈ ਅਤੇ ਉਹੀ ਹੈ ਜੋ ਆਪ ਦੀ ਮਦਦ ਕਰਦਾ ਹੈ ਅਤੇ ਆਪ ਦੀ ਅਗਵਾਈ ਕਰਦਾ ਹੈ ਤੇ ਆਪ ਦੇ ਨਾਲ ਉਹ ਰਹਿੰਦਾ ਹੈ ਅਤੇ ਆਪ ਦੇ ਨਾਲ ਜਾਂਦਾ ਹੈ। ਉਹ ਤੁਹਾਨੂੰ ਸਾਮਰਥ ਬਖਸ਼ਦਾ ਹੈ ਤੇ ਆਪ ਇੱਕ ਦੂਸਰੇ ਨਾਲ ਪਿਆਰ ਕਰਦੇ ਹੋ। ਇਹ ਉਸ ਪਵਿੱਤਰ ਆਤਮਾ ਦੇ ਕਰਕੇ ਹੈ ਜੋ ਪਰਮੇਸ਼ਰ ਨੇ ਆਪ ਨੂੰ ਬਖਸ਼ਿਆ ਹੈ। ਉਹ ਇਹ ਹੈ ਕਿ ਸਾਡੀ ਉન્નਤੀ ਲਈ ਉਹ ਸਾਡੇ ਕੋਲ ਇੱਕ ਨਵੀਂ ਯੋਜਨਾ ਹੈ। ਰੋਮੀਓ ਦੀ ਪੱਤਰੀ 5 ਅਧਿਆਇ 9-10 ਦੇ ਵਚਨ ਹਨ, ਸੋ ਜਦੋਂ ਅਸੀਂ ਹੁਣ ਉਹਦੇ ਲਹੂ ਨਾਲ ਧਰਮੀ ਠਹਿਰਾਏ ਗਏ ਤਾਂ ਇਸ ਨਾਲੋਂ ਬਹੁਤ ਵੱਧ ਕੇ ਅਸੀਂ ਉਹਦੇ ਰਾਹੀਂ ਉਸ ਕ੍ਰੋਧ ਤੋਂ ਬਚ ਜਾਵਾਂਗੇ, ਕਿਉਂਕਿ ਜਦੋਂ ਅਸੀਂ ਬੈਰੀ ਹੋ ਕੇ ਪਰਮੇਸ਼ਰ ਨਾਲ ਉਹਦੇ ਪੁੱਤਰ ਦੀ ਮੌਤ ਦੇ ਵਸੀਲੇ ਮਿਲਾਏ ਗਏ ਹਾਂ ਤਾਂ ਮਿਲਾਏ ਜਾ ਕੇ ਅਸੀਂ ਇਸ ਨਾਲੋਂ ਵੀ ਬਹੁਤ ਵੱਧ ਕੇ ਉਹਦੇ ਜੀਵਨ ਦੇ ਦੁਆਰਾ ਬਚ ਜਾਵਾਂਗੇ। ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਆਖਦਾ ਸੁਣਿਆ ਹੈ ਕਿ ਮੈਂ ਜਾਣਦਾ ਹਾਂ
ਕਿ ਮੈਂ ਕਿਰਪਾ ਦੁਆਰਾ ਬਚਾਇਆ ਗਿਆ ਹਾਂ, ਪਰ ਮੇਰੇ ਬਚਾਏ ਜਾਣ ਤੋਂ ਬਾਅਦ ਪਰਮੇਸ਼ਰ ਹੁਣ ਮੇਥੋਂ ਫਿਰ ਆਸ ਕਰਦਾ ਹੈ ਕਿ ਮੈਂ ਆਪਣੀ ਮੁਕਤੀ ਦਾ ਖਿਆਲ ਰੱਖਾਂ ਅਤੇ ਆਪਣੇ ਜੀਵਨ ਭਲੇ ਕੰਮ ਕਰਦਾ ਰਹਾਂ, ਮੁਕਤੀ ਨੂੰ ਕਾਇਮ ਕਰਦਾ ਔਰ ਉਹਨੂੰ ਰੱਖ ਸਕਾਂ। ਜੀ ਹਾਂ, ਮੈਂ ਆਪਣੇ ਆਪ ਨੂੰ ਦੱਸਣਾ ਚਾਹੁੰਦਾ ਹਾਂ, ਜਿਸ ਤਰ੍ਹਾਂ ਆਪ ਆਪਣੀ ਮੁਕਤੀ ਦਾ ਖੁਦ ਪ੍ਰਾਪਤ ਨਹੀਂ ਕਰ ਸਕਦੇ, ਉਸੇ ਤਰ੍ਹਾਂ ਆਪ ਇਸ ਨੂੰ ਕਾਇਮ ਵੀ ਨਹੀਂ ਕਰ ਸਕਦੇ ਔਰ ਨਾ ਰੱਖ ਸਕਦੇ ਹੋ। ਆਪ ਆਪਣਾ ਮਸੀਹੀ ਜੀਵਨ ਸਰੀਰ ਵਿੱਚ ਹੋ ਕੇ ਨਹੀਂ ਜੀ ਸਕਦੇ, ਠੀਕ ਜਿਸ ਤਰ੍ਹਾਂ ਆਪ ਭਲੇ ਕੰਮ ਨਾਲ ਮਸੀਹ ਨਹੀਂ ਹੋ ਸਕਦੇ। ਜੇਕਰ ਆਪ ਆਪਣਾ ਮਸੀਹੀ ਜੀਵਨ ਆਪਣੀ ਖੁਦ ਦੀ ਸ਼ਕਤੀ ਨਾਲ ਜਿਉਣਾ ਚਾਹੁੰਦੇ ਹੋ, ਆਪ ਬੁਰੀ ਤਰ੍ਹਾਂ ਇਸ ਵਿੱਚ ਅਸਫਲ ਹੋ ਜਾਵੋਗੇ, ਕਿਉਂਕਿ ਅਜਿਹਾ ਕੋਈ ਵੀ ਨਹੀਂ ਕਰ ਸਕਦਾ। ਮਸੀਹ ਜੀਵਨ ਮੁਸ਼ਕਲ ਨਹੀਂ, ਔਖਾ ਨਹੀਂ, ਇਹ ਤਾਂ ਆਪ ਦੀ ਖੁਦ ਦੀ ਸ਼ਕਤੀ ਨਾਲ ਜਿਉਣਾ ਅਸੰਭਵ ਹੈ, ਪਰ ਪ੍ਰਭੂ ਯਿਸੂ ਦੇ ਰਾਹੀਂ ਸਭ ਕੁਝ ਸੰਭਵ ਹੈ। ਜੇਕਰ ਆਪ ਪਰਮੇਸ਼ਰ ਦੀ ਕਿਰਪਾ ਉੱਤੇ ਨਿਰਭਰ ਹੁੰਦਿਆਂ ਹੋਏ ਹਰ ਸਵੇਰੇ ਉੱਠ ਕੇ ਇਹ ਆਖਦੇ ਹੋ ਕਿ ਹੇ ਪ੍ਰਭੂ ਪਰਮੇਸ਼ਰ, ਅੱਜ ਮੈਂ ਆਪਣੇ ਆਪ ਤੋਂ ਬਗੈਰ ਆਪਣੀ ਜ਼ਿੰਦਗੀ ਨਹੀਂ ਜੀ ਸਕਦਾ, ਮੈਨੂੰ ਮੇਰੇ ਜੀਉਣ ਵਿੱਚ ਤੇਰੀ ਕਿਰਪਾ ਦੀ ਲੋੜ ਹੈ, ਤਦ ਪਰਮੇਸ਼ਰ ਆਪ ਨੂੰ ਆਪਣੇ ਆਤਮਾ ਅਤੇ ਆਪਣੀ ਕਿਰਪਾ ਨਾਲ ਇੰਨਾ ਭਰਪੂਰ ਕਰੇਗਾ ਕਿ ਆਪ ਇਸ ਤਰ੍ਹਾਂ ਜਿਓਗੇ ਕਿ ਇਹ ਤਾਂ ਆਪ ਨੂੰ ਹੈਰਾਨ ਕਰ ਦੇਵੇਗਾ, ਕਿਉਂਕਿ ਉਸ ਅਨੁਭਵ ਲਈ ਉਸ ਦੀ ਕਿਰਪਾ ਕਾਫੀ ਹੈ। ਇਸ ਤੋਂ ਬਾਅਦ 6ਵੀਂ ਚੀਜ਼ ਜੋ ਸਾਡੇ ਕੋਲ ਹੁੰਦੀ ਹੈ ਜਦੋਂ ਪਰਮੇਸ਼ਰ ਦੀ ਕਿਰਪਾ ਸਾਡੇ ਉੱਤੇ ਹੋਵੇ, ਉਹ ਇਹ ਹੈ ਕਿ ਸਾਡਾ ਜੋਸ਼ ਲਈ ਸਾਡੇ ਕੋਲ ਇੱਕ ਨਵਾਂ ਉਦੇਸ਼ ਹੁੰਦਾ ਹੈ। ਰੋਮੀਓ 5:11 ਦੇ ਵਚਨ ਹਨ, ਅਤੇ ਨਿਰਾ ਇਹੋ ਹੀ ਨਹੀਂ ਸਗੋਂ ਅਸੀਂ ਪਰਮੇਸ਼ਰ ਉੱਤੇ ਵੀ ਆਪਣੇ ਪ੍ਰਭੂ ਯਿਸੂ ਮਸੀਹ ਦੇ ਵਸੀਲੇ ਨਾਲ, ਜਿਸ ਕਰਕੇ ਅਸੀਂ ਹੁਣ ਮਿਲਾਏ ਗਏ ਹਾਂ, ਅਭਿਮਾਨ ਕਰਦੇ ਹਾਂ। ਇੱਥੇ ਪੌਲੁਸ ਆਨੰਦਿਤ ਹੋਣ ਦੀ ਗੱਲ ਕਰ ਰਿਹਾ ਹੈ। ਬਹੁਤ ਸਾਰੇ ਲੋਕ ਹਨ ਜੋ ਕਿ ਮਸੀਹ ਹਨ, ਪਰ ਉਹ ਹਰੇਕ ਨੂੰ ਇਹੋ ਜਿਹੀ ਦੱਸਦੇ ਹਨ ਕਿ ਹਰੇਕ ਚੀਜ਼ ਵਿੱਚ ਕੀ ਗਲਤ ਹੈ। ਉਹ ਹਮੇਸ਼ਾ ਹਰੇਕ ਨੂੰ ਪਰਖਦੇ ਰਹਿੰਦੇ ਹਨ। ਜੇਕਰ ਆਪ ਸਭ ਕੁਝ ਉਹਨਾਂ ਦੀ ਸੋਚ ਦੇ ਅਨੁਸਾਰ ਨਹੀਂ ਕਰਦੇ, ਤਦ ਆਪ ਨੂੰ ਕੁਫੱਤੀ ਕਰਕੇ ਮੰਨਦੇ ਹਨ ਅਤੇ ਉਹ ਆਪ ਦੇ ਵਿਰੋਧ ਬਹੁਤ ਕੁਝ ਦੂਸਰੇ ਲੋਕਾਂ ਨੂੰ ਲਿਖ ਭੇਜਦੇ ਹਨ। ਮੇਰੇ ਦੋਸਤੋ, ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਮਸੀਹ ਦਾ ਆਤਮਾ ਨਹੀਂ। ਜੇਕਰ ਆਪ ਪਰਮੇਸ਼ਰ ਦੀ ਉਸ ਕਿਰਪਾ ਨੂੰ ਸਮਝਦੇ ਹੋ ਜਿਸ ਨੇ ਆਪ ਨੂੰ ਬਚਾਇਆ ਸੀ, ਅਤੇ ਪਰਮੇਸ਼ਰ ਦੀ ਉਹ ਕਿਰਪਾ ਜੋ ਆਪ ਨੂੰ ਸੰਭਾਲਦੀ ਹੈ, ਤਦ ਆਪ ਕੋਲ ਸਿਰਫ ਇੱਕ ਹੀ ਜਵਾਬਦੇਹੀ ਹੈ ਅਤੇ ਉਹ ਹੈ ਆਮੀਨ, ਖੁਸ਼ੀ, ਆਨੰਦ ਅਤੇ ਜਸ਼ਨ। ਆਮੀਨ। ਮੈਂ ਤਾਂ ਕਲੀਸਿਆ ਵਿੱਚ ਆ ਕੇ ਪਰਮੇਸ਼ਰ ਦੀ ਕਿਰਪਾ ਦਾ ਜਸ਼ਨ ਮਨਾਉਣਾ ਚਾਹਾਂਗਾ, ਨਾ ਕਿ ਕਿਸੇ ਮਾਤਮ ਵਿੱਚ ਸ਼ਾਮਲ ਹੋਣ ਲਈ ਆਵਾਂਗਾ। ਮੈਂ ਤਾਂ ਪ੍ਰਭੂ ਨੂੰ ਇਹੋ ਹੀ ਆਖਾਂਗਾ ਕਿ ਹੇ ਪ੍ਰਭੂ, ਮੈਨੂੰ ਪਿਆਰ ਕਰਨ ਲਈ ਮੈਂ ਤੇਰਾ ਧੰਨਵਾਦ ਕਰਦਾ ਹਾਂ। ਤੇਰੀ ਕਿਰਪਾ ਮੇਰੇ ਉੱਤੇ ਬਹੁਤ ਨਾਲ ਕਰਨ ਲਈ ਤੇਰਾ ਧੰਨਵਾਦ ਕਰਦਾ ਹਾਂ। ਹਮੇਸ਼ਾ ਹੀ ਮੇਰੇ ਲਈ ਕਾਫੀ ਹੈ। ਤੇਰੇ ਨਾਮ ਦੀ ਉਸਤਤ ਹੋਵੇ। ਅਸੀਂ ਵੱਡੇ ਆਨੰਦ ਨਾਲ ਪਰਮੇਸ਼ਰ ਦੀ ਉਸਤਤ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਕਰਦੇ ਹਾਂ, ਜੋ ਸਾਡੇ ਤੱਕ ਉਸ ਕਿਰਪਾ ਨੂੰ ਪਹੁੰਚਾਉਣ ਵਾਲਾ ਹੈ ਕਿ ਆਪ ਪਰਮੇਸ਼ਰ ਦੀ ਕਿਰਪਾ ਲਈ ਉਸ ਸ਼ੁਕਰਗੁਜ਼ਾਰ ਨਹੀਂ ਹੋ। ਆਪ ਜਾਣਦੇ ਹੋ ਕਿ ਜਦੋਂ ਜੌਨ ਨਿਊਟਨ ਕੀ ਮਸੀਹ ਹੋ ਗਿਆ ਸੀ, ਤਦ ਉਸ ਨੇ ਹਮੇਸ਼ਾ ਪਰਮੇਸ਼ਰ ਦੀ ਕਿਰਪਾ ਨੂੰ ਹੋਰ ਕਿਸੇ ਨਾਲੋਂ ਵੀ ਵੱਧ ਕੇ ਸਮਝਿਆ ਨਹੀਂ, ਕਿਉਂਕਿ ਉਹ ਆਪਣੇ ਖੁਦ ਦੇ ਕਹਿਣ ਅਨੁਸਾਰ ਇੱਕ ਮਹਾਪਾਪੀ ਸੀ। 55 ਸਾਲ ਮਸੀਹੀ ਜੀਵਨ ਗੁਜ਼ਾਰਨ ਤੋਂ ਬਾਅਦ ਆਪਣੇ ਜੀਵਨ ਦੇ ਅੰਤ ਦੇ ਲਾਗੇ ਢੁੱਕ ਕੇ ਉਸ ਆਪਣੀ ਪਤਨੀ ਨੂੰ ਲਿਖੇ ਇੱਕ ਖੱਤ ਵਿੱਚ ਇੱਕ ਪ੍ਰਾਰਥਨਾ ਲਿਖੀ ਸੀ, ਜਿਸ ਦਾ ਇੱਕ ਭਾਗ ਇਸ ਤਰ੍ਹਾਂ ਹੈ: ਹੇ ਮੇਰੇ ਕਿਰਪਾਲੂ ਪ੍ਰਭੂ, ਤੂੰ ਮੈਨੂੰ ਇੱਕ ਹੋਰ ਬੜਾ ਉਸ ਮਹਾਨ ਅਤੇ ਤਰਸ ਭਰੇ ਦਿਨ ਵੇਖਣ ਨੂੰ ਸੰਭਾਲਿਆ, ਜਦੋਂ ਮੈਂ ਆਪਣੇ ਸਾਰੇ ਪਾਪਾਂ ਅਤੇ ਨਿੰਦਿਆਂ ਨੂੰ ਆਪਣੇ ਸਿਰ ਉੱਤੇ ਚੁੱਕੀ ਅਥਵਾ ਕੁੰਡ ਵਿੱਚ ਡੁੱਬਾ ਹੀ ਬਾਲਾ ਸੀ। ਜੇਕਰ ਤੇਰਾ ਤਰਸ ਮੇਰੇ ਉੱਤੇ ਨਾ ਹੁੰਦਾ ਅਤੇ ਜੇਕਰ ਤੂੰ ਮੈਨੂੰ ਇਸ ਤਰ੍ਹਾਂ ਨਾ ਸੰਭਾਲਦਾ, ਜੋ ਮੈਨੂੰ ਉਸ ਸਾਰੇ ਅਚੰਭਿਆ ਛੋਟੇ ਜਿਹੇ ਘੱਟ ਚਮਤਕਾਰੀ ਜਾਪਦਾ ਹੈ ਜੋ ਆਪ ਨੇ ਮਿਸਰ ਵਿੱਚ ਅਤੇ ਨਾਲ ਸਮੁੰਦਰ ਦੇ ਕਿਨਾਰੇ ਇਸਰਾਏਲੀਆਂ ਲਈ ਕੀਤੇ ਸਨ। ਜਦੋਂ ਆਪ ਬਾਰੇ ਇਹ ਸਵਾਲ ਕਰਦਾ ਹਾਂ ਕਿ ਮੈਂ ਕਿਉਂ, ਤਦ ਇੱਕੋ ਹੀ ਇੱਕ ਉੱਤਰ ਹੁੰਦਾ ਹੈ, ਪਰਮੇਸ਼ਰ ਦੀ ਕਿਰਪਾ ਦੇ ਕਰਕੇ। ਅਤੇ ਕੀ ਆਪ ਜਾਣਦੇ ਹੋ, ਜੇਕਰ ਅੱਜ ਆਪ ਇੱਥੇ ਅਤੇ ਆਪਣੇ ਆਪ ਨੂੰ ਮਸੀਹ ਦੀ ਕਿਰਪਾ ਉੱਤੇ ਛੱਡ ਦਿੱਤਾ ਹੈ, ਤਦ ਆਪ ਨੂੰ ਠੀਕ ਇਸ ਪਲ ਆਨੰਦ ਨਾਲ ਇੰਨਾ ਭਰਪੂਰ ਹੋਣਾ ਚਾਹੀਦਾ ਹੈ, ਕਿਉਂਕਿ ਆਪ ਨੇ ਪਰਮੇਸ਼ਰ ਦੀ ਕਿਰਪਾ ਨੂੰ ਪਾ ਲਿਆ ਹੈ। ਕੀ ਆਪ ਜਾਣਦੇ ਹੋ ਕਿ ਇਸ ਜਗਤ ਦੇ ਬਹੁਤ ਸਾਰੇ ਲੋਕਾਂ ਨੇ ਕਦੇ ਵੀ ਪਰਮੇਸ਼ਰ ਦੀ ਕਿਰਪਾ ਬਾਰੇ ਨਹੀਂ ਸੁਣਿਆ ਹੈ। ਮੇਰੀ ਆਪ ਅੱਗੇ ਬੇਨਤੀ ਹੈ ਕਿ ਆਪ ਅੱਜ ਹੀ ਯਿਸੂ ਮਸੀਹ ਵਿੱਚ ਉਪਲਬਧ ਪਰਮੇਸ਼ਰ ਦੀ ਕਿਰਪਾ ਨੂੰ ਪਾ ਲਓ ਅਤੇ ਉਸ ਰਾਜੇ ਦੀ ਸੰਤਾਨ ਬਣ ਜਾਓ, ਤਾਂ ਕਿ ਸਾਡੇ ਪ੍ਰਭੂ ਯਿਸੂ ਮਸੀਹ ਵਿੱਚ ਪਰਮੇਸ਼ਰ ਦੀ ਕਿਰਪਾ ਆਪ ਦੇ ਨਿੱਜੀ ਮਨ ਨੂੰ ਸੰਭਾਲ ਸਕੇ ਔਰ ਉਸ ਮਨ ਵਿੱਚ ਆ ਜਾਵੇ।
श्रोता दोस्तों, ਅੱਜ ਅਸੀਂ ਬਾਈਬਲ ਵਿੱਚ ਰਸੂਲਾਂ ਦੇ ਕਰਤੱਬ ਨਾਂ ਦੀ ਪੁਸਤਕ ਦੇ 9 ਅਧਿਆਏ 1 ਵਚਨ ਤੋਂ 9 ਐਤਾਂ ਵਿੱਚ ਅਸੀਂ ਸੌਲ ਦੇ ਮਨ ਫਰੋਨ ਵਿੱਚ ਪਰਮੇਸ਼ਰ ਦੀ ਕਿਰਪਾ ਦੇ ਕਾਰਜ ਬਾਰੇ ਅਧਿਐਨ ਕਰਾਂਗੇ। ਇਹ ਕਿਸ ਤਰ੍ਹਾਂ ਦਾ ਜੀਵਨ ਨੂੰ ਬਦਲਦੀ ਹੈ। ਜੌਨ ਨਿਊਟਨ ਦੇ ਭਜਨ ਮੈਜਿਕ ਗ੍ਰੇਸ ਵਿੱਚ ਉਹ ਲਾਈਨ ਜਿਸ ਬਾਰੇ ਅਸੀਂ ਅਧਿਐਨ ਕਰਨ ਜਾ ਰਹੇ ਹਾਂ, ਉਸ ਦੇ ਸ਼ਬਦ, ਪਰਮੇਸ਼ਰ ਦੀ ਉਹ ਕਿਰਪਾ ਮੈਨੂੰ ਕਿੰਨੀ ਬਹੁਮੁੱਲੀ ਲੱਗੀ ਸੀ ਜਿਸ ਪਲ ਮੈਂ ਪਹਿਲਾਂ ਇਸ ਉੱਤੇ ਨੇਚਾ ਕੀਤੀ ਸੀ। ਮੈਂ ਚਾਹੁੰਦਾ ਹਾਂ ਕਿ ਆਪ ਇੱਕ ਪਲ ਰੋਕ ਕੇ ਆਪਣੇ ਦਿਲ ਦੇ ਅੰਦਰ ਝਾਤ ਮਾਰ ਕੇ ਵੇਖੋ, ਜੇਕਰ ਆਪ ਨੂੰ ਉਹ ਘੜੀ ਯਾਦ ਆਵੇ ਜਦੋਂ ਆਪ ਪਹਿਲੀ ਵਾਰ ਨੇਚਾ ਕੀਤੀ ਸੀ। ਯਾਦ ਹੈ ਕਿ ਉਸ ਵਕਤ ਆਪ ਕਿੱਥੇ ਸੀ, ਇਹ ਸਭ ਕਿਵੇਂ ਵਾਪਰਿਆ ਸੀ। ਇਸ ਸਭ ਦੇ ਦ੍ਰਿਸ਼ ਦੀ ਇੱਕ ਝਾਤੀ ਆਪਣੇ ਦਿਮਾਗ ਵਿੱਚ ਵੇਖੋ, ਮਾਰੋ ਉਸ ਵਕਤ ਜਦੋਂ ਆਪ ਨੇ ਪਹਿਲੀ ਵਾਰ ਨੇਚਾ ਕੀਤੀ ਸੀ। ਤਦ ਪਰਮੇਸ਼ਰ ਦੀ ਕਿਰਪਾ ਆਪ ਨੂੰ ਕਿੰਨੀ ਬਹੁਮੁੱਲੀ ਜਾਪੀ ਸੀ। ਇਹ ਉਹ ਘੜੀ ਹੈ ਜਿਸ ਨੂੰ ਆਪ ਕਦੇ ਵੀ ਦਬਾ ਨਹੀਂ ਸਕਦੇ। ਇਹ ਪਲ ਤਾਂ ਆਪ ਦੇ ਜੀਵਨ ਦੇ ਹੋਰ ਕਿਸੇ ਵੀ ਪਲ ਤੋਂ ਭਿੰਨ ਹੁੰਦਾ ਹੈ। ਇਹ ਉਹ ਪਲ ਹੈ ਜਦੋਂ ਆਪ ਦਾ ਪਿੱਛਾ ਕੀਤੇ ਜਾਣ ਤੋਂ ਬਾਅਦ ਆਪ ਨੇ ਆਪਣੇ ਆਪ ਨੂੰ ਪਰਮੇਸ਼ਰ ਦੇ ਅਧੀਨ ਕਰ ਦਿੱਤਾ ਸੀ ਅਤੇ ਆਪ ਦੇ ਜੀਵਨ ਨੂੰ ਇੱਕ ਵੱਡੇ ਆਰਾਮ ਨਾਲ ਘੇਰ ਲਿਆ ਸੀ। ਜੌਨ ਨਿਊਟਨ ਨੇ ਉਸ ਪਲ ਬਾਰੇ ਜਾਣਿਆ ਸੀ ਕਿਉਂਕਿ ਉਸ ਦੇ ਜੀਵਨ ਵਿੱਚ ਇੱਕ ਇਹੋ ਜਿਹਾ ਪਲ ਆਇਆ ਸੀ। ਧੰਨਵਾਦ ਦੋਸਤੋ ਕਿ ਤੁਸੀਂ ਸਾਡੇ ਨਾਲ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਬਣੇ ਰਹੇ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਰਸੂਲਾਂ ਦੇ ਕਰਤੱਬ ਉਸ ਦੇ 9 ਅਧਿਆਏ ਦੀ 1 ਆਇਤ ਤੋਂ ਲੈ ਕੇ 9 ਆਇਤਾਂ ਤੱਕ ਦੇ ਵਚਨਾਂ ਦਾ ਅਧਿਐਨ ਕੀਤਾ। ਅਸੀਂ ਵੇਖਿਆ ਕਿ ਕਿਵੇਂ ਪਰਮੇਸ਼ਰ ਦੀ ਕਿਰਪਾ ਕਰਕੇ ਸੌਲੂਸ ਨੂੰ ਮਨ ਫਿਰਾਉਣ ਦਾ ਮੌਕਾ ਮਿਲਿਆ। ਸੌਲੂਸ ਪ੍ਰਭੂ ਯਿਸੂ ਜੀ ਦੀ ਕਲੀਸਿਆ ਨੂੰ ਸਤਾਉਣ ਵਾਲਾ ਅਤੇ ਉਸ ਦੇ ਉੱਤੇ ਅਤਿਆਚਾਰ ਕਰਨ ਵਾਲਾ ਵਿਅਕਤੀ ਸੀ। ਪਰ ਜਦੋਂ ਪਰਮੇਸ਼ਰ ਦੀ ਕਿਰਪਾ ਉਸ ਦੇ ਉੱਤੇ ਹੋਈ ਤਾਂ ਉਹਦਾ ਜੀਵਨ ਪੂਰੀ ਤਰ੍ਹਾਂ ਬਦਲ ਗਿਆ। ਹੁਣ ਉਹ ਕਲੀਸਿਆ ਨੂੰ ਸਤਾਉਣ ਵਾਲਾ ਨਹੀਂ, ਪਰ ਕਲੀਸਿਆ ਨੂੰ ਬਣਾਉਣ ਵਾਲਾ ਇੱਕ ਮਹਾਨ ਮਿਸ਼ਨਰੀ ਬਣ ਗਿਆ, ਜਿਸ ਨੇ ਲਗਭਗ ਸਾਰੇ ਸੰਸਾਰ ਨੂੰ ਪ੍ਰਭਾਵਿਤ ਕੀਤਾ। ਅਸੀਂ ਇਸ ਦੇ ਵਿੱਚ ਇਹ ਵੀ ਵੇਖਿਆ ਕਿ ਕਿਵੇਂ ਜੌਨ ਨਿਊਟਨ ਦੇ ਜੀਵਨ ਅਤੇ ਪੌਲੁਸ ਦੇ ਜੀਵਨ ਦੇ ਵਿੱਚ ਸਮਾਨਤਾ ਸੀ। ਦੋਵਾਂ ਤੇ ਕਿਰਪਾ ਹੋਈ। ਦੋਵਾਂ ਨੇ ਆਪਣੇ ਜੀਵਨਾਂ ਨੂੰ ਪ੍ਰਭੂ ਯਿਸੂ ਜੀ ਦੇ ਹੱਥਾਂ ਵਿੱਚ ਸੌਂਪ ਦਿੱਤਾ। ਦੋਵਾਂ ਨੇ ਪਰਮੇਸ਼ਰ ਦੀ ਕਿਰਪਾ ਦਾ ਵੱਧ ਚੜ੍ਹ ਕੇ ਪ੍ਰਚਾਰ ਕੀਤਾ। ਦੋਵੇਂ ਪਰਮੇਸ਼ਰ ਦੀ ਕਿਰਪਾ ਕਰਕੇ ਪਰਮੇਸ਼ਰ ਦੇ ਸ਼ੁਕਰਗੁਜ਼ਾਰ ਸਨ, ਕਿਉਂਕਿ ਦੋਨਾਂ ਨੂੰ ਪਤਾ ਸੀ ਕਿ ਇਹ ਪਰਮੇਸ਼ਰ ਦੀ ਕਿਰਪਾ ਹੀ ਸੀ ਜਿਹਨੇ ਉਹਨਾਂ ਨੂੰ ਪਾਪਾਂ ਤੋਂ ਬਚਾਇਆ ਅਤੇ ਪਰਮੇਸ਼ਰ ਦੇ ਰਾਜ ਵਿੱਚ ਇੱਕ ਸਥਾਨ ਪ੍ਰਦਾਨ ਕੀਤਾ। ਸੱਚਮੁੱਚ ਪਰਮੇਸ਼ਰ ਬਹੁਤ ਮਹਾਨ ਹੈ ਅਤੇ ਉਹਦੀ ਕਿਰਪਾ ਦਾ ਬਿਆਨ ਕਰਨਾ ਬਹੁਤ ਔਖਾ ਹੈ। ਜਿਹਨੂੰ ਇਹ ਪ੍ਰਾਪਤ ਹੁੰਦੀ ਹੈ ਉਸ ਦਾ ਬਦਲਿਆ ਜੀਵਨ ਹੀ ਦੱਸਦਾ ਹੈ ਕਿ ਪਰਮੇਸ਼ਰ ਦੀ ਕਿਰਪਾ ਨੇ ਉਸ ਨੂੰ ਕਿਵੇਂ ਪ੍ਰਭਾਵਿਤ ਕੀਤਾ। ਦੋਸਤੋ, ਸਾਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਪਰਮੇਸ਼ਰ ਦੀ ਕਿਰਪਾ ਬਾਰੇ ਇਸ ਲੜੀਵਾਰ ਅਧਿਐਨ ਤੋਂ ਆਸ਼ੀਸ਼ ਪਾ ਰਹੇ ਹੋਗੇ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਾਂਗੇ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।